ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਬਿਲਕੁਲ ਆਧਾਰਿਤ ਰਹੇਗਾ ਯੂਕੇ ਨੂੰ ਸਪੈਸ਼ਲੀ ਲੈ ਕੇ ਔਰ ਯੂਕੇ ਅਪਲਾਈ ਕਰਨ ਵਾਲੇ ਸਾਰੇ ਸਟੂਡੈਂਟਸ ਲਈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੁਐਸਚਨਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ। ਬਿਲਕੁਲ ਜੀ, ਸੋ ਇਹ ਵੀਡੀਓ ਫੋਕਸਡ ਰਹੇਗਾ ਆਮ ਤੌਰ ਤੇ ਯੂਕੇ ਦੇ ਵਿੱਚ ਹੋਣ ਵਾਲੀਆਂ ਇੰਟਰਵਿਊਜ਼ ਜੋ ਕਿ ਯੂਨੀਵਰਸਿਟੀਜ਼ ਕੰਡਕਟ ਕਰਦੀਆਂ ਨੇ, ਉਹਨਾਂ ਦੇ ਵਿੱਚ ਪੁੱਛੇ ਜਾਣ ਵਾਲੇ 10 ਅਹਿਮ ਸਵਾਲ। ਸੋ ਦੋਸਤੋ, ਕੁਝ ਜਿਹੜੇ ਸਮੇਂ ਤੋਂ ਆਪਾਂ ਵੀਡੀਓਜ਼ ਐਡ ਕਰ ਰਹੇ ਹਾਂ ਉਹਦੇ ਤੇ ਸਾਨੂੰ ਬਹੁਤ ਸਾਰੇ ਸਾਡੇ ਸੱਜਣ ਮਿੱਤਰਾਂ ਨੇ, ਸਟੂਡੈਂਟਸ ਨੇ ਕਮੈਂਟਸ ਵਿੱਚ ਪਾਇਆ ਕਿ ਉਹਨਾਂ ਨੂੰ ਯੂਕੇ ਦੀਆਂ ਇੰਟਰਵਿਊਜ਼ ਨੂੰ ਲੈ ਕੇ ਬਹੁਤ ਸਾਰੇ ਡਾਊਟ ਨੇ। ਸੋ ਉਹ ਕਮੈਂਟਸ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਤਾਂ ਕਿ ਸਟੂਡੈਂਟਸ ਦੇ ਮਨ ਦੇ ਵਿੱਚੋਂ ਉਹ ਡਰ ਨੂੰ ਕੱਢਿਆ ਜਾਵੇ ਕਿ ਚਾਹੇ ਉਹਨਾਂ ਦੀ ਟੈਲੀਫੋਨਿਕ ਇੰਟਰਵਿਊ ਹੋ ਰਹੀ ਹੈ ਜਾਂ ਉਹਨਾਂ ਦੀ ਸਕਾਈਪ ਇੰਟਰਵਿਊ ਹੋ ਰਹੀ ਹੈ, ਉਹਦੇ ਵਿੱਚ ਆਮ ਤੌਰ ਤੇ ਪੁੱਛਣ ਵਾਲੇ 10 ਸਵਾਲ ਕੀ ਨੇ ਔਰ ਉਹਨਾਂ ਦੇ ਤੁਸੀਂ ਕੀ ਜਵਾਬ ਦੇ ਸਕਦੇ ਹੋ। ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਉਹ 10 ਸਵਾਲਾਂ ਬਾਰੇ ਗੱਲ ਕੀਤੀ ਜਾਏਗੀ। ਬਟ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਐਡਵਾਈਸ ਰਹੇਗੀ, ਇੱਕ ਰਿਕੁਐਸਟ ਰਹੇਗੀ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਸੋ ਦੈਟ ਤੁਹਾਡੇ ਵੀ ਨੈਟਵਰਕ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਇਸ ਵੀਡੀਓ ਦਾ ਵੱਧ ਤੋਂ ਵੱਧ ਫਾਇਦਾ ਚੱਕ ਸਕਣ ਅਤੇ ਯੂਕੇ ਜਾ ਕੇ ਆਪਣੀ ਪੜ੍ਹਾਈ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਯੂਕੇ ਅਪਲਾਈ ਕਰਨ ਵਾਲੇ ਹਰ ਸਟੂਡੈਂਟ ਦੇ ਮਾਈਂਡ ਦੇ ਵਿੱਚ ਇੱਕ ਡਰ ਰਹਿੰਦਾ ਹੈ ਇੰਟਰਵਿਊ ਨੂੰ ਲੈ ਕੇ। ਸੋ ਬਿਲਕੁਲ ਤੁਹਾਨੂੰ ਕਿਸੇ ਵੀ ਚੀਜ਼ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਹਦੇ ਵਿੱਚ ਬਹੁਤ ਹੀ ਇੱਕ ਨਾਰਮਲ ਰੂਟੀਨ ਦੇ ਜਾਂ ਜਿਹਨਾਂ ਸਵਾਲਾਂ ਦੇ ਜਵਾਬ ਦੇ ਨਾਲ ਤੁਸੀਂ ਬਿਲਕੁਲ ਵਾਕਿਫ ਹੁੰਦੇ ਹੋ ਉਹੀ ਸਵਾਲ ਕੀਤੇ ਜਾਂਦੇ ਨੇ। ਕੋਸ਼ਿਸ਼ ਕਰਾਂਗਾ ਕਿ ਉਹਨਾਂ ਚੋਂ ਕੁਝ ਸਵਾਲ ਮੈਂ ਅੱਜ ਇਸ ਵੀਡੀਓ ਦੇ ਵਿੱਚ ਲੈ ਸਕਾਂ। ਸੋ ਸਭ ਤੋਂ ਪਹਿਲਾ ਸਵਾਲ ਹੈ ਜੀ, ਚਾਹੇ ਤੁਹਾਡੀ ਇੰਟਰਵਿਊ ਟੈਲੀਫੋਨਿਕ ਹੋ ਰਹੀ ਹੈ ਜਾਂ ਸਕਾਈਪ ਹੋ ਰਹੀ ਹੈ, ਸੋ ਸਭ ਤੋਂ ਪਹਿਲਾ ਸਵਾਲ ਉਹਦੇ ਵਿੱਚ ਆਉਂਦਾ ਹੈ ਤੁਹਾਡੀ ਇੰਟਰੋਡਕਸ਼ਨ ਦਾ। ਸੋ ਇੰਟਰੋਡਕਸ਼ਨ ਨੂੰ ਬਹੁਤ ਸਾਰੇ ਸਟੂਡੈਂਟ ਕਈ ਵਾਰ ਕੀ ਕਰਦੇ ਨੇ ਕਿ ਬਹੁਤ ਲੈਂਥੀ ਐਕਸਪਲੇਨੇਸ਼ਨ ਦਿੰਦੇ ਨੇ। ਸੋ ਉਹਦੇ 'ਚ ਤੁਹਾਨੂੰ ਬਹੁਤਾ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਉਹਦੇ ਵਿੱਚ ਤੁਸੀਂ ਆਪਣੇ ਨਾਮ ਬਾਰੇ, ਆਪਣੇ ਐਡਰੈਸ ਬਾਰੇ, ਆਪਣੀ ਹਲਕੀ ਫੁਲਕੀ ਕੁਆਲੀਫਿਕੇਸ਼ਨ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ, ਜਿਵੇਂ ਕਿ I am Jagpreet Singh and currently residing at Jalandhar city. Seeking into my education profile, I had done my graduation in so and so year and I scored this much of marks and my hobbies are these. So ਇੰਨੀ ਕੁ ਇਨਫੋਰਮੇਸ਼ਨ ਜਿਹੜੀ ਹੈ ਇਹ ਸਫੀਸ਼ੀਐਂਟ ਹੈ ਤੁਹਾਡੇ ਇੰਟਰੋਡਕਟਰੀ ਪਾਰਟ ਦੇ ਵਿੱਚ। ਸੋ ਜਿਹਦੀ ਜਿੱਦਾਂ ਦੀ ਕੋਈ ਕੁਆਲੀਫਿਕੇਸ਼ਨ ਆ ਉਹਦੇ ਵਿੱਚ ਐਡ ਕਰ ਸਕਦਾ ਹੈ। ਸੈਕਿੰਡ ਇੰਪੋਰਟੈਂਟ ਸਵਾਲ ਜਿਹੜਾ ਤੁਹਾਨੂੰ ਇੰਟਰੋਡਕਸ਼ਨ ਤੋਂ ਇਲਾਵਾ ਪੁੱਛਿਆ ਜਾਂਦਾ ਹੈ ਉਹ ਪੁੱਛਿਆ ਜਾਂਦਾ ਜੀ ਤੁਹਾਡੀ ਅਕੈਡਮਿਕ ਬੈਕਗਰਾਊਂਡ ਦੇ ਉੱਤੇ। ਸੋ ਜੋ ਵੀ ਪੜ੍ਹਾਈ ਤੁਸੀਂ ਇੰਡੀਆ ਦੇ ਵਿੱਚ ਕੀਤੀ ਹੈ, ਚਾਹੇ ਤੁਸੀਂ 10+2 ਹੋ ਜਾਂ ਤੁਸੀਂ ਗ੍ਰੈਜੂਏਟ ਹੋ ਜਾਂ ਈਵਨ ਮਾਸਟਰਸ ਵੀ ਹੋ, ਜਿਸ ਵੀ ਪ੍ਰੋਫਾਈਲ ਦੇ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੋ, ਆਪਣੀ ਅਕੈਡਮਿਕ ਹਿਸਟਰੀ ਨੂੰ ਪ੍ਰੋਪਰਲੀ ਉਹਦੇ 'ਚ ਐਕਸਪਲੇਨ ਕਰੋ। ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ, ਤੁਸੀਂ 10+2 ਕੀਤੀ ਹੈ, ਕਿਹੜੇ ਈਅਰ 'ਚ ਕੀਤੀ ਹੈ, ਕਿਹੜੇ ਸਬਜੈਕਟਸ ਦੇ ਨਾਲ ਕੀਤੀ ਹੈ, ਕਿੰਨਾ ਤੁਹਾਡਾ ਉਹਦਾ ਪਰਸੈਂਟੇਜ ਸਕੋਰ ਸੀ, ਤੁਸੀਂ ਕਿਸ ਬੋਰਡ ਦੇ ਨਾਲ ਐਫੀਲੀਏਟਡ ਸੀ, ਈਚ ਐਂਡ ਐਵਰੀਥਿੰਗ ਤੁਸੀਂ ਉਹਦੇ ਵਿੱਚ ਐਕਸਪਲੇਨ ਕਰੋ। ਤੁਸੀਂ ਗ੍ਰੈਜੂਏਟ ਹੋ, ਗ੍ਰੈਜੂਏਟ ਕਿਹੜੇ ਈਅਰ 'ਚ ਤੁਹਾਡੀ ਕੰਪਲੀਟ ਹੋਈ ਹੈ, ਉਸ ਤੋਂ ਪਹਿਲਾਂ ਤੁਹਾਡੀ 10+2 ਸੀ, 10+2 ਤੋਂ ਬਾਅਦ ਗ੍ਰੈਜੂਏਸ਼ਨ ਕਰਨ ਦਾ ਤੁਹਾਡਾ ਕੀ ਮਕਸਦ ਸੀ, ਤੁਸੀਂ ਕਿਸ ਅਪਰੋਚ ਦੇ ਨਾਲ ਉਹਨੂੰ ਅਪਲਾਈ ਕੀਤਾ ਜਾਂ ਉਹਨੂੰ ਕੰਪਲੀਟ ਕੀਤਾ। ਸੋ ਆਪਣੀ ਅਕੈਡਮਿਕ ਬੈਕਗਰਾਊਂਡ ਨੂੰ ਤੁਸੀਂ ਡਿਟੇਲ ਦੇ ਵਿੱਚ ਉਹਨਾਂ ਨੂੰ ਐਕਸਪਲੇਨ ਕਰਨਾ ਹੈ, ਉਹਦੇ ਸਬਜੈਕਟਸ ਨੂੰ ਲੈ ਕੇ, ਉਹਦੇ ਮਾਰਕਸ ਨੂੰ ਲੈ ਕੇ, ਈਅਰ ਆਫ ਪਾਸਿੰਗ ਨੂੰ ਲੈ ਕੇ ਐਂਡ ਈਵਨ ਡਿਊਰੇਸ਼ਨ ਨੂੰ ਲੈ ਕੇ। ਅਗਰ ਤੁਸੀਂ ਗ੍ਰੈਜੂਏਟ ਹੋ ਤਾਂ ਕਿੰਨੇ ਚਿਰ ਦੀ ਤੁਹਾਡੀ ਗ੍ਰੈਜੂਏਸ਼ਨ ਸੀ ਜਾਂ ਕਿਸ ਯੂਨੀਵਰਸਿਟੀ ਤੋਂ ਤੁਸੀਂ ਉਹਨੂੰ ਪਰਸਿਊ ਕੀਤਾ ਹੈ। ਥਰਡ ਇੰਪੋਰਟੈਂਟ ਜਿਹੜਾ ਕੁਐਸਚਨ ਉਹਦੇ ਵਿੱਚ ਪੁੱਛਿਆ ਜਾਂਦਾ ਹੈ ਉਹ ਪੁੱਛਿਆ ਜਾਂਦਾ ਜੀ ਤੁਹਾਡਾ ਪ੍ਰਪੋਜ਼ਡ ਪ੍ਰੋਗਰਾਮ। ਤੁਸੀਂ ਯੂਕੇ ਦੀ ਯੂਨੀਵਰਸਿਟੀ ਦੀ ਇੱਕ ਬਹੁਤ ਵੱਡੀ ਇਹਦੇ 'ਚ ਕਿਉਰਿਓਸਿਟੀ ਹੁੰਦੀ ਹੈ ਕਿ ਜਿਹੜਾ ਸਟੂਡੈਂਟ ਜਿਸ ਪ੍ਰੋਗਰਾਮ ਦੇ ਲਈ ਅਪਲਾਈ ਕਰ ਰਿਹਾ ਕੀ ਉਹ ਉਹਦੇ ਨਾਲ ਚੰਗੀ ਤਰ੍ਹਾਂ ਵਾਕਿਫ ਹੈ। ਇਹੀ ਚੀਜ਼
ਆਮ ਤੌਰ ਤੇ ਜੋ ਤੁਹਾਨੂੰ ਇੰਟਰਵਿਊ ਰਿਜੈਕਸ਼ਨਸ ਵਿੱਚ ਮਿਲਦੀ ਹੈ ਕਿ ਸਟੂਡੈਂਟ ਵਾਸ ਨਾਟ ਫਾਊਂਡ ਜੈਨੂਇਨ। ਸੋ ਇਹਦੇ ਤੋਂ ਤੁਹਾਡੀ ਜੈਨੂਇਨਿਟੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਕਿ ਜਿਹੜੇ ਪ੍ਰੋਗਰਾਮ ਲਈ ਤੁਸੀਂ ਜਾ ਰਹੇ ਹੋ ਕੀ ਤੁਸੀਂ ਉਹਦੇ ਨਾਲ ਵਾਕਿਫ ਹੋ, ਤੁਸੀਂ ਕਿੰਨੇ ਚਿਰ ਦੇ ਕਿਹੜਾ ਪ੍ਰੋਗਰਾਮ ਤੁਸੀਂ ਲੈ ਰਹੇ ਹੋ, ਉਹਦੀ ਡਿਊਰੇਸ਼ਨ ਕੀ ਹੈ, ਹਰ ਇੱਕ ਚੀਜ਼ ਦਾ ਉਹਦਾ ਤੁਹਾਨੂੰ ਪ੍ਰੋਪਰ ਕੋਰਸ ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਉਹਦਾ ਲੈਵਲ ਪਤਾ ਹੋਣਾ ਚਾਹੀਦਾ ਹੈ ਕਿ ਉਹ ਯੂਕੇ ਦੇ ਐਜੂਕੇਸ਼ਨ ਐਕ੍ਰੈਡੀਟੇਸ਼ਨ ਸਿਸਟਮ ਦੇ ਅਕੋਰਡਿੰਗਲੀ ਉਹਦਾ ਲੈਵਲ ਆਫ ਪ੍ਰੋਗਰਾਮ ਕੀ ਹੈ। ਨੈਕਸਟ ਇੰਪੋਰਟੈਂਟ ਇਹਦੇ ਨਾਲ ਹੀ ਸਵਾਲ ਜੁੜਿਆ ਹੋਇਆ ਸਟਰਕਚਰ ਆਫ ਪ੍ਰੋਗਰਾਮ। ਪਹਿਲਾ ਜਿਹੜਾ ਇਸ ਤੋਂ ਸਵਾਲ ਸੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਪ੍ਰਪੋਜ਼ਡ ਪ੍ਰੋਗਰਾਮ ਕੀ ਹੈ। ਬਹੁਤ ਸਾਰੇ ਸਟੂਡੈਂਟ ਹੈ ਕਈ ਵਾਰੀ ਉਹਨਾਂ ਨੂੰ ਆਪਣੇ ਪ੍ਰੋਗਰਾਮ ਦਾ ਨਾਮ ਵੀ ਨਹੀਂ ਲੈਣਾ ਆਉਂਦਾ। ਸੋ ਜਿਹੜੇ ਵੀ ਯੂਨੀਵਰਸਿਟੀ 'ਚ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਨੂੰ ਆਪਣੇ ਪ੍ਰੋਗਰਾਮ ਦਾ ਨੇਮ, ਉਹਦਾ ਨੋਮਨਕਲੇਚਰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ। ਇਹਦੇ ਨਾਲ ਹੀ ਅਗਲਾ ਜੁੜਿਆ ਹੋਇਆ ਸਵਾਲ ਹੈ ਜਿਹੜਾ ਕਿ ਹੈ ਸਟਰਕਚਰ ਆਫ ਪ੍ਰੋਗਰਾਮ। ਸੋ ਬਹੁਤ ਸਾਰੇ ਸਟੂਡੈਂਟ ਇਸ ਪੁਆਇੰਟ ਤੇ ਇਸ ਸਵਾਲ ਤੇ ਮਾਰ ਖਾਂਦੇ ਨੇ ਕਿ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਸਟਰਕਚਰ ਬਾਰੇ ਨਹੀਂ ਪਤਾ ਹੁੰਦਾ। ਮੋਸਟਲੀ ਜਿਹੜੇ ਸਟੂਡੈਂਟ ਇਸ ਸਵਾਲ ਦੇ ਵਿੱਚ ਫਸਦੇ ਨੇ ਜੀ ਉਹ ਹੁੰਦੇ ਜੀ ਜਿਹੜੇ ਲੇਟੈਸਟ 10+2 ਉਹਨਾਂ ਨੇ ਪਾਸ ਆਊਟ ਕੀਤੀ ਆ, ਉਹਨਾਂ ਦੀ ਲਾਸਟ ਕੁਆਲੀਫਿਕੇਸ਼ਨ 10+2 ਹੁੰਦੀ ਹੈ, ਉਹਨਾਂ ਨੇ ਅੰਡਰ ਗ੍ਰੈਜੂਏਟ ਪ੍ਰੋਗਰਾਮ 'ਚ ਐਡਮਿਸ਼ਨ ਲਈ ਹੈ 3 ਸਾਲ ਵਾਲੇ। ਸੋ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਲਈ ਮੇਰੀ ਐਡਵਾਈਸ ਰਹੇਗੀ ਕਿ ਜਿਹੜੇ 3 ਇਅਰਸ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਉਹ ਆਪਣੇ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਸਟੱਡੀ ਕਰਨ। ਉਹਦੀ ਡਿਊਰੇਸ਼ਨ ਕਿੰਨੀ ਹੈ, ਉਹ ਕਿਸ ਕੈਂਪਸ ਦੇ ਵਿੱਚ ਚੱਲ ਰਿਹਾ, ਉਹਦੇ ਮੋਡਿਊਲਸ ਕੀ ਨੇ, ਤੁਹਾਨੂੰ ਉਹਦੇ ਮੋਡਿਊਲਸ ਦੇ ਉਹਦੇ ਸਟਰਕਚਰ ਦੇ ਨਾਲ ਵਾਕਿਫ ਹੋਣਾ ਬਹੁਤ ਜ਼ਰੂਰੀ ਹੈ। ਸਪੋਜ਼ ਤੁਸੀਂ 10+2 ਨਾਨ ਮੈਡੀਕਲ ਕੀਤੀ ਔਰ ਤੁਸੀਂ BSc ਕੰਪਿਊਟਰ ਸਾਇੰਸ ਕਰਨ ਜਾ ਰਹੇ ਹੋ ਤੇ ਤੁਹਾਨੂੰ ਉਹਦਾ ਸਮੈਸਟਰ ਵਾਈਜ਼ ਐਟਲੀਸਟ ਫਸਟ ਈਅਰ ਦੇ ਜਿਹੜੇ 2 ਸਮੈਸਟਰ ਨੇ ਉਹਨਾਂ ਦੇ ਵਿੱਚ ਤੁਸੀਂ ਕਿਹੜੇ ਮੋਡਿਊਲ ਪੜ੍ਹੋਗੇ ਉਹਨਾਂ ਬਾਰੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਸੋ ਦੈਟ ਤੁਸੀਂ ਯੂਨੀਵਰਸਿਟੀ ਦੇ ਇੰਟਰਵਿਊਅਰ ਨੂੰ, ਜਿਹੜਾ ਤੁਹਾਡੀ ਇੰਟਰਵਿਊ ਕੰਡਕਟ ਕਰ ਰਿਹਾ, ਉਹਨੂੰ ਤੁਸੀਂ ਪਰਫੈਕਸ਼ਨ ਦੇ ਨਾਲ ਆਪਣੇ ਆਪ ਨੂੰ ਜਸਟੀਫਾਈ ਕਰ ਪਾਓ ਕਿ ਮੈਂ ਇਸ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ, ਉਸ ਤੋਂ ਬਾਅਦ ਹੀ ਮੈਂ ਇਹਦੇ ਵਿੱਚ ਅਪਲਾਈ ਕਰ ਰਿਹਾ। ਨੈਕਸਟ ਇਹਦੇ ਨਾਲ ਜੁੜਿਆ ਸਵਾਲ ਹੈ ਜੋ ਇਹਦਾ ਹੀ ਪਾਰਟ ਹੈ ਕਿ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਕਿਉਂ ਅਪਲਾਈ ਕਰ ਰਹੇ ਹੋ। ਸੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਸਵਾਲ ਜੋ ਯੂਨੀਵਰਸਿਟੀ ਦਾ ਰਿਪਰੈਜ਼ੈਂਟੇਟਿਵ ਤੁਹਾਨੂੰ ਕਰਦਾ ਹੈ ਕਿ ਵਾਈ ਦਿਸ ਪਾਰਟਿਕੂਲਰ ਯੂਨੀਵਰਸਿਟੀ। ਸੋ ਇਹਦੇ ਵਿੱਚ ਜਿਹੜਾ ਤੁਸੀਂ ਆਨਸਰ ਦੇਣਾ ਉਹ ਬਹੁਤ ਸਪੈਸੀਫਿਕ ਦੇਣਾ ਹੈ। ਬਹੁਤ ਸਾਰੇ ਸਟੂਡੈਂਟ ਕਹਿ ਦਿੰਦੇ ਆ ਜੀ ਇਹ ਯੂਨੀਵਰਸਿਟੀ ਮੈਨੂੰ ਪਸੰਦ ਸੀ, ਇਹਦੇ ਯੂਨੀਵਰਸਿਟੀ ਬਾਰੇ ਮੈਂ ਬਹੁਤ ਸੁਣਿਆ ਸੀ। ਨੋ ਡਾਊਟ ਅਗਰ ਤੁਸੀਂ ਯੂਕੇ ਦੀ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ ਤਾਂ ਉਹ ਇੱਕ ਰਿਪਿਊਟਡ ਯੂਨੀਵਰਸਿਟੀ ਹੈ, ਉਹਦੀ ਮਾਊਥ ਪਬਲਿਸਿਟੀ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਹੋਏਗੀ ਔਰ ਉਹਦੇ ਬਹੁਤ ਅੱਛੀਆਂ ਰਿਕਮੈਂਡੇਸ਼ਨਸ ਹੋਣਗੀਆਂ, ਬਟ ਇਹਦਾ ਇੱਕ ਐਪਰੋਪਰੀਏਟ ਆਨਸਰ ਨਹੀਂ ਹੈ। ਤੁਸੀਂ ਜਦੋਂ ਉਹਨੂੰ ਆਨਸਰ ਕਰਨਾ ਹੈ ਵਾਈ ਦਿਸ ਪਾਰਟਿਕੂਲਰ ਯੂਨੀਵਰਸਿਟੀ ਤਾਂ ਤੁਹਾਡੇ ਕੋਲ ਉਹਦੇ ਅਗੇਂਸਟ 2 ਤੋਂ 3 ਯੂਨੀਵਰਸਿਟੀਜ਼ ਦਾ ਰੈਫਰੈਂਸ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਕਨਫਰਮ ਕੀਤਾ ਔਰ ਸੇਮ ਪ੍ਰੋਗਰਾਮ ਉਹਨਾਂ ਦੇ ਵਿੱਚ ਅਵੇਲੇਬਲ ਸੀਗਾ। ਸੋ ਇਸ ਦਾ ਐਪਰੋਪਰੀਏਟ ਆਨਸਰ ਇਹ ਬਣਦਾ ਹੈ ਕਿ ਜਦੋਂ ਤੁਸੀਂ ਆਨਸਰ ਕਰਨਾ ਹੈ ਵਾਈ ਦਿਸ ਪਾਰਟਿਕੂਲਰ ਯੂਨੀਵਰਸਿਟੀ ਤਾਂ ਉਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਹ ਯੂਨੀਵਰਸਿਟੀ ਇੱਕ ਇੰਨੇ ਟਾਈਮ ਤੋਂ ਚੱਲ ਰਹੀ ਹੈ, ਇਹਦਾ ਇੰਨਾ ਰਿਪਿਊਟਡ ਹੈ ਔਰ ਸਪੈਸੀਫਿਕਲੀ ਇਸ ਟ੍ਰੇਡ ਦੇ ਜਿਹੜੇ ਪ੍ਰੋਗਰਾਮਸ ਲਈ ਉਹਨਾਂ ਦੇ ਲਈ ਇਹ ਬੈਸਟ ਇੱਕ ਯੂਨੀਵਰਸਿਟੀ ਮੰਨੀ ਜਾਂਦੀ ਹੈ। ਸੈਕੰਡਲੀ ਇਹਦਾ ਬਾਕੀ ਯੂਨੀਵਰਸਿਟੀਜ਼ ਦੇ ਨਾਲ ਕੀ ਕੰਪੈਰੀਜ਼ਨ ਹੈ, ਕੀ ਇਹਦਾ ਸਟਰਕਚਰ ਵੱਡਾ ਹੈ ਜਾਂ ਇਹਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਪਲੇਸਮੈਂਟਸ ਜ਼ਿਆਦਾ ਅੱਛੀਆਂ ਨੇ ਜਾਂ ਉਹ ਪ੍ਰੋਗਰਾਮਸ ਦੀ ਫੀਸ ਸਟਰਕਚਰ ਨੂੰ ਲੈ ਕੇ ਕੀ ਡਿਫਰੈਂਸਿਸ ਨੇ। ਸੋ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਇਸ ਕੁਐਸਚਨ ਨੂੰ ਆਨਸਰ ਕਰਨਾ ਹੈ ਵਾਈ ਦਿਸ ਪਾਰਟਿਕੂਲਰ ਯੂਨੀਵਰਸਿਟੀ। ਨੈਕਸਟ ਇੰਪੋਰਟੈਂਟ ਸਵਾਲ ਇਹਦੇ ਨਾਲ ਜੁੜਿਆ ਜਿਹੜਾ ਨੈਕਸਟ ਉਹ ਚੀਜ਼ ਪੁੱਛਦੇ ਨੇ ਵਾਈ ਦਿਸ ਕੋਰਸ। ਸੋ ਜਿਹੜਾ ਸਟੂਡੈਂਟ ਜਿਸ ਪ੍ਰੋਗਰਾਮ ਦੇ ਲਈ ਅਪਲਾਈ ਕਰ ਰਿਹਾ ਉਹਨੂੰ ਆਪਣੇ ਪ੍ਰੋਗਰਾਮ ਦੀ ਜਸਟੀਫਿਕੇਸ਼ਨ ਦੇਣਾ ਕਿ ਮੈਂ ਇਸ ਪ੍ਰੋਗਰਾਮ ਲਈ ਕਿਉਂ ਆਪਟ ਕੀਤਾ ਉਹ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਜੁੜਿਆ ਤੁਹਾਡਾ ਇੰਟਰਸਟ। ਇਹਦੇ ਆਨਸਰ ਦੇ ਵਿੱਚ ਤੁਸੀਂ ਸਭ ਤੋਂ ਪਹਿਲੀ ਚੀਜ਼ ਦੇਣੀ ਹੈ ਕਿ ਤੁਹਾਡੇ ਅਕੈਡਮਿਕ ਬੈਕਗਰਾਊਂਡ ਨੂੰ ਲੈ ਕੇ ਤੁਹਾਡਾ ਇਹਦੇ ਨਾਲ ਕੀ ਇੰਟਰਸਟ ਜੁੜਿਆ ਹੋਇਆ ਹੈ ਕਿ ਸਿਰਫ ਇਹ ਨਹੀਂ ਹੈ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਔਰ ਮੈਂ ਪ੍ਰੋਗਰਾਮ ਆਪਟ ਕਰ ਲਿਆ, ਇਹਦਾ ਆਨਸਰ
ਨਹੀਂ ਹੈ। ਸੋ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਜਸਟੀਫਾਈ ਕਰਨਾ ਹੈ ਕਿ ਮੇਰੀ ਪ੍ਰੀਵੀਅਸ ਅਕੈਡਮਿਕ ਬੈਕਗਰਾਉਂਡ ਹਿਸਟਰੀ ਦੇ ਨਾਲ ਡਿਵੈਲਪ, ਉਹਦੇ ਵਿੱਚ ਮੈਂ ਜਦੋਂ ਪੜ੍ਹ ਰਿਹਾ ਸੀ ਤਾਂ ਮੇਰਾ ਜੋ ਇੰਟਰਸਟ ਡਿਵੈਲਪ ਹੋਇਆ ਉਸ ਚੀਜ਼ ਨੂੰ ਲੈ ਕੇ ਮੈਂ ਇਸ ਪ੍ਰੋਗਰਾਮ ਨੂੰ ਆਪਟ ਕੀਤਾ, ਪਾਰਟਿਕੂਲਰਲੀ ਬੇਸਡ ਔਨ ਮਾਈ ਇੰਟਰਸਟ। ਦੈਨ ਉਹਦੇ ਨਾਲ ਇੰਪੋਰਟੈਂਟ ਸਵਾਲ ਇੱਕ ਹੋਰ ਜੁੜਦਾ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਜਿਹਦੇ 'ਚ ਤੁਸੀਂ ਜਾ ਰਹੇ ਹੋ ਉਹਦੇ ਫਿਊਚਰ ਪ੍ਰੋਸਪੈਕਟਸ ਕੀ ਨੇ। ਸੋ ਉਸ ਚੀਜ਼ ਦੇ ਨਾਲ ਤੁਹਾਨੂੰ ਵਾਕਿਫ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿਹੜੇ ਵੀ ਪ੍ਰੋਗਰਾਮਸ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਫਿਊਚਰ ਪ੍ਰੋਸਪੈਕਟਸ ਕੀ ਨੇ, ਉਹਦੀਆਂ ਜੌਬ ਓਪਰਚੁਨਿਟੀਜ਼ ਕੀ ਨੇ, ਉਹ ਤੁਹਾਨੂੰ ਟਿਪਸ ਤੇ ਯਾਦ ਹੋਣੀਆਂ ਚਾਹੁੰਦੀਆਂ ਨੇ। ਐਂਡ ਸੈਕੰਡਲੀ, ਇਸ ਪ੍ਰੋਗਰਾਮ ਦੇ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਔਰ ਉਸ ਪ੍ਰੋਗਰਾਮ ਦੀਆਂ ਬੈਸਟ ਓਪਰਚੁਨਿਟੀਜ਼ ਤੁਹਾਡੇ ਹੋਮ ਕੰਟਰੀ 'ਚ ਕੀ ਅਵੇਲੇਬਲ ਨੇ। ਸੋ ਇਸ ਚੀਜ਼ ਦਾ ਖਾਸ ਇਸ ਸਵਾਲ ਨੂੰ ਆਨਸਰ ਕਰਦੇ ਹੋਏ ਕਿ ਉਹਦੇ ਫਿਊਚਰ ਪ੍ਰੋਸਪੈਕਟਸ, ਇਹ ਬਹੁਤ ਅਹਿਮ ਰੋਲ ਪਲੇ ਕਰਦਾ ਹੈ ਤੁਹਾਡੀ ਇੰਟਰਵਿਊ ਨੂੰ ਕਲੀਅਰ ਹੋਣ ਦੇ ਵਿੱਚ ਕਿ ਤੁਹਾਡੇ ਫਿਊਚਰ ਪ੍ਰੋਸਪੈਕਟਸ ਔਰ ਤੁਹਾਡੇ ਪ੍ਰੋਗਰਾਮ ਦੇ ਫਿਊਚਰ ਪ੍ਰੋਸਪੈਕਟਸ ਕੀ ਨੇ। ਇਹ ਚੀਜ਼ਾਂ ਜੁੜੀਆਂ ਹੋਈਆਂ ਸੀ, ਇਹ ਸਵਾਲ ਜਿਹੜੇ ਜੁੜੇ ਹੋਏ ਸੀ ਉਹ ਤੁਹਾਡੀ ਅਕੈਡਮਿਕ ਬੈਕਗਰਾਉਂਡ ਦੇ ਨਾਲ ਜੁੜੇ ਹੋਏ ਸੀਗੇ ਕਿ ਤੁਸੀਂ ਯੂਨੀਵਰਸਿਟੀ ਕਿਉਂ ਲਈ ਹੈ, ਕਿਹੜੀ ਲਈ ਹੈ, ਉਹਦੇ 'ਚ ਕਿਹੜਾ ਪ੍ਰੋਗਰਾਮ ਲੈ ਰਹੇ ਹੋ, ਉਹਦੀ ਡਿਊਰੇਸ਼ਨ ਕੀ ਹੈ, ਉਹਦਾ ਸਾਰਾ ਕੁਝ। ਇਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਸਵਾਲ ਆਉਂਦਾ ਹੈ, ਉਹ ਆਉਂਦਾ ਜੀ ਤੁਹਾਡੀ ਗੈਪ ਦੀ ਜਸਟੀਫਿਕੇਸ਼ਨ ਨੂੰ ਲੈ ਕੇ। ਸੋ ਯੂਨੀਵਰਸਿਟੀਜ਼ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਦੇਖ ਰਹੀਆਂ ਨੇ। ਅਗਰ ਤੁਸੀਂ 10+2 ਹੈਗੇ ਹੋ, ਉਸ ਤੋਂ ਬਾਅਦ ਤੁਹਾਡਾ ਸਾਲ ਦਾ, 2 ਸਾਲ ਦਾ, 3 ਸਾਲ ਦਾ ਗੈਪ ਹੈ, ਉਸ ਤੋਂ ਬਾਅਦ ਤੁਸੀਂ UK 'ਚ ਆਪਣੀਆਂ ਸਟੱਡੀਜ਼ ਪਰਸਿਊ ਕਰਨ ਜਾ ਰਹੇ ਹੋ। ਸੋ ਉਹ ਗੈਪ ਦੇ ਦੌਰਾਨ ਤੁਸੀਂ ਕੀ ਕੀਤਾ ਹੈ ਉਹਦੇ ਲਈ ਤੁਸੀਂ ਵੈਲ ਜਸਟੀਫਾਈਡ ਹੋਣੇ ਚਾਹੀਦੇ ਆ। ਉਹ ਗੈਪ ਤੁਸੀਂ ਕਿਸ ਤਰੀਕੇ ਨਾਲ ਫਿਲ ਕਰ ਰਹੇ ਹੋ। ਅਗਰ ਤਾਂ ਉਹ ਅਕੈਡਮਿਕ ਗੈਪ ਜਸਟੀਫਾਈ ਕਰ ਰਹੇ ਹੋ, ਮੀਨਸ 10+2 ਕਰਨ ਤੋਂ ਬਾਅਦ ਤੁਸੀਂ ਕੋਈ ਡਿਪਲੋਮਾ ਕੀਤਾ ਹੋਇਆ ਹੈ, ਉਸ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਲਈ ਜਾ ਰਹੇ ਹੋ, ਤਾਂ ਉਹ ਡਿਪਲੋਮੇ ਦੀ ਨੌਲੇਜ ਵੀ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਉਹਦੀ ਤੁਹਾਡੀ ਪਹਿਲੀ ਪੜ੍ਹਾਈ ਦੇ ਨਾਲ ਤੇ ਆਉਣ ਵਾਲੀ ਪੜ੍ਹਾਈ ਦੇ ਨਾਲ ਕੀ ਤਾਲਮੇਲ ਬੈਠਦਾ ਹੈ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਕੋਈ ਗੈਪ ਨੂੰ ਐਕਸਪੀਰੀਅੰਸ ਦੇ ਨਾਲ ਜਸਟੀਫਾਈ ਕਰਦੇ ਨੇ, ਮੀਨਸ ਉਹ ਆਪਣਾ ਕੋਈ ਕੰਮ ਕਰਦਾ ਉਹਦੇ ਵਿੱਚ ਦਿਖਾਉਂਦੇ ਨੇ, ਤਾਂ ਉਹਦੇ ਉੱਤੇ ਵੀ ਤੁਹਾਨੂੰ ਜਸਟੀਫਾਈ ਕਰਨਾ ਪਏਗਾ ਕਿ ਕੰਮ ਕਰਦੇ ਦੌਰਾਨ ਤੁਹਾਡਾ ਕੀ ਇੰਟਰਸਟ ਬਣਿਆ ਕਿ ਹੁਣ ਤੁਸੀਂ UK ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ। ਇਹੀ ਚੀਜ਼ਾਂ ਗ੍ਰੈਜੂਏਟ ਸਟੂਡੈਂਟਸ ਦੇ ਲਈ ਵੀ ਅਪਲਾਈ ਹੁੰਦੀਆਂ ਨੇ। ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਹਾਡਾ ਗੈਪ ਹੈ, ਉਹ ਚਾਹੇ 2 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਵੀ ਹੈ, ਬਟ ਉਸ ਗੈਪ ਦੀ ਜਸਟੀਫਿਕੇਸ਼ਨ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਔਰ ਉਹਨੂੰ ਬਹੁਤ ਲੌਜੀਕਲੀ ਤੁਸੀਂ ਜਸਟੀਫਾਈ ਕਰਨਾ ਹੈ। ਉਹਦੇ 'ਚ ਤੁਸੀਂ ਕਿਸੇ ਤਰ੍ਹਾਂ ਦੇ ਵੀ ਤੁੱਕੇ ਨਹੀਂ ਮਾਰ ਸਕਦੇ ਕਿ ਮੈਂ BTech ਕਰਨ ਤੋਂ ਬਾਅਦ ਇੱਥੇ ਅਕਾਊਂਟਸ ਦਾ ਕੰਮ ਕਰਨ ਲੱਗ ਗਿਆ ਤੇ ਹੁਣ ਮੈਂ MS ਜਿਹੜੀ ਉਹ ਕੰਪਿਊਟਰ ਇੰਜੀਨੀਅਰਿੰਗ ਕਰਨ ਜਾ ਰਿਹਾ। ਨਹੀਂ, ਉਹ 3 ਸਾਲ 4 ਸਾਲ ਦਾ ਜਿਹੜਾ ਗੈਪ ਹੈ ਉਹ ਤੁਹਾਡੇ ਕੋਲ ਪ੍ਰੋਪਰ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਮੈਂ BTech ਕਰਨ ਤੋਂ ਬਾਅਦ ਅਗਰ ਮੈਂ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਸੀ ਤਾਂ ਮੇਰਾ ਸੌਫਟਵੇਅਰ ਕੰਪਨੀ ਦੇ ਵਿੱਚ ਇਸ ਤਰੀਕੇ ਦਾ ਐਕਸਪੀਰੀਅੰਸ ਹੈ, ਉੱਥੇ ਮੇਰਾ ਆਹ ਜੌਬ ਰੋਲ ਸੀ, ਆਹ ਮੇਰੀਆਂ ਡਿਊਟੀਜ਼ ਸੀ। ਸੋ ਉਸ ਜਗ੍ਹਾ ਦੇ ਉੱਤੇ ਮੈਂ ਆਪਣੇ ਆਪ ਨੂੰ ਅਗਰ ਇੰਪਰੂਵਡ ਸਟੇਜ ਤੇ ਦੇਖਣਾ ਚਾਹੁੰਦਾ ਤਾਂ ਮੇਰੇ ਲਈ ਐਜੂਕੇਸ਼ਨ ਐਨਹਾਂਸਮੈਂਟ ਹੋਣੀ ਬਹੁਤ ਜ਼ਰੂਰੀ ਹੈ। ਮੀਨਸ ਆਪਣੀ ਐਜੂਕੇਸ਼ਨ ਨੂੰ ਅਪਗ੍ਰੇਡ ਕਰਨਾ। ਸੋ ਉਸੇ ਚੀਜ਼ ਤੋਂ ਮੇਰਾ ਜੋ ਇੰਟਰਸਟ ਡਿਵੈਲਪ ਹੋਇਆ ਕਿ ਮੈਂ ਹੁਣ UK ਆ ਕੇ ਆਪਣੀ ਮਾਸਟਰਸ ਜਿਹੜੀ ਉਹ ਕੰਪਲੀਟ ਕਰਨੀ ਹੈ। ਲਾਸਟ ਤੇ ਇੱਕ ਹੋਰ ਸਵਾਲ ਜਿਹੜਾ ਬਹੁਤ ਇੰਪੋਰਟੈਂਟ ਹੈ ਉਹ ਹੈ ਜੀ ਤੁਹਾਡੇ ਫੰਡਸ ਨੂੰ ਲੈ ਕੇ। ਸੋ ਇਸ ਚੀਜ਼ ਤੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਕਲੈਰਿਟੀ ਨਹੀਂ ਹੁੰਦੀ ਜਦੋਂ ਆਪਣੇ ਇੰਟਰਵਿਊ ਸੈਸ਼ਨ ਦੇ ਵਿੱਚ ਬੈਠਦੇ ਨੇ, ਬਟ ਇਹ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਤੁਹਾਡੀ ਇੰਟਰਵਿਊ ਦਾ। ਜਦੋਂ ਵੀ ਤੁਹਾਡੀ ਇੰਟਰਵਿਊ ਸਕੈਜੂਅਲ ਹੁੰਦੀ ਹੈ ਜਾਂ ਤੁਸੀਂ ਅਪਲਾਈ, ਜਿਸ ਦਿਨ ਤੋਂ ਹੀ ਤੁਸੀਂ ਅਪਲਾਈ ਕਰਦੇ ਹੋ UK ਦੇ ਵਿੱਚ ਕਿਸੇ ਵੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੇ ਲਈ, ਤਾਂ ਤੁਹਾਨੂੰ ਇਸ ਚੀਜ਼ ਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਪ੍ਰੋਗਰਾਮ ਦੀ ਫੀਸ ਕਿੰਨੀ ਹੈ, ਤੁਸੀਂ ਕਿੰਨੀ ਫੀ ਪੇ ਕਰ ਰਹੇ ਹੋ। ਫੀ ਪੇ ਕਰਨ ਤੋਂ ਬਾਅਦ ਜਿਹੜੇ ਉੱਥੋਂ ਦੇ ਲਿਵਿੰਗ ਐਕਸਪੈਂਸ ਨੇ, ਯਾਨੀ ਕਿ ਅਗਰ ਤੁਸੀਂ ਇਨਰ ਲੰਡਨ ਜਾ ਰਹੇ ਹੋ ਤਾਂ ਤੁਹਾਡੇ ਲਿਵਿੰਗ ਐਕਸਪੈਂਸ ਕਿੰਨੇ ਨੇ, ਅਗਰ ਤੁਸੀਂ ਆਊਟਰ ਲੰਡਨ ਜਾ ਰਹੇ ਹੋ ਤਾਂ ਤੁਹਾਡੇ ਲਿਵਿੰਗ ਐਕਸਪੈਂਸ ਕਿੰਨੇ ਆਉਣਗੇ, ਔਰ ਉਹ ਲਿਵਿੰਗ ਐਕਸਪੈਂਸ ਤੁਸੀਂ ਕਿਸ ਤਰੀਕੇ ਨਾਲ ਮੀਟ ਕਰੋਗੇ। ਯਾਨੀ ਕਿ ਜਿਹੜੇ 28 ਦਿਨ ਪੁਰਾਣੇ ਫੰਡ ਤੁਸੀਂ ਯੂਨੀਵਰਸਿਟੀ ਨੂੰ ਕੈਸ਼ ਲਈ ਦੇ ਰਹੇ ਹੋ ਜਾਂ ਐਮਬੈਸੀ ਵਿੱਚ ਲਗਾ ਰਹੇ ਹੋ, ਉਹਨਾਂ ਦੇ ਉੱਤੇ ਤੁਹਾਨੂੰ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਕਿੰਨੇ ਫੰਡਸ ਅਵੇਲੇਬਲ ਨੇ, ਕਿਹੜੇ ਅਕਾਊਂਟ ਦੇ ਵਿੱਚ ਅਵੇਲੇਬਲ ਨੇ, ਉਹਦਾ ਇਨਕਮ ਸੋਰਸ ਅਗਰ ਕੋਈ ਪੁੱਛਿਆ ਜਾਂਦਾ ਤਾਂ ਉਹ ਤੁਸੀਂ ਦੱਸ ਪਾਓ। ਸੋ ਇਹ ਫੰਡਸ ਦੀ ਕਲੈਰਿਟੀ ਨੂੰ ਲੈ ਕੇ ਤੁਸੀਂ ਬਿਲਕੁਲ ਆਪਣੇ ਆਪ ਨੂੰ ਅਪਡੇਟਡ ਰੱਖਣਾ ਹੈ, ਸੋ ਦੈਟ ਜਿਸ ਟਾਈਮ ਦੀ ਤੁਹਾਡੀ ਇੰਟਰਵਿਊ
ਵੀਡੀਓ ਆਉਂਦੀ ਹੈ ਤਾਂ ਤੁਸੀਂ ਉਹਨੂੰ ਪ੍ਰੋਪਰਲੀ ਜਸਟੀਫਾਈ ਕਰ ਪਾਓ। ਸੋ ਆ ਕੁਝ ਪੁਆਇੰਟਸ, ਕੁਝ ਸਵਾਲ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਉਮੀਦ ਕਰਦਾ ਹਾਂ ਕਿ ਤੁਹਾਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਹੈਲਪ ਕਰਨਗੇ। ਬਾਕੀ ਇਹਨਾਂ ਚੀਜ਼ਾਂ ਦੀ ਅਪਡੇਸ਼ਨ ਦੇ ਲਈ ਤੁਸੀਂ ਸਾਡੇ ਨਾਲ ਸਾਡੀ ਆਨਲਾਈਨ ਸਰਵਿਸਿਜ਼ ਦੇ ਥਰੂ ਵੀ ਆਪਣਾ ਰਾਬਤਾ ਜੋੜ ਸਕਦੇ ਹੋ, ਜੋ ਕਿ ਤੁਸੀਂ ਸਿੰਪਲੀ broadwaystudy.com ਤੇ ਵਿਜ਼ਿਟ ਕਰਨਾ ਹੈ। ਇੱਕ ਛੋਟਾ ਜਿਹਾ ਵੀਡੀਓ ਕਾਉਂਸਲਿੰਗ ਦਾ ਫਾਰਮ ਫਿਲ ਕਰਕੇ ਤੁਸੀਂ ਸਾਡੇ ਵੀਜ਼ਾ ਐਗਜ਼ੈਕਟਿਵ ਟੀਮ ਦੇ ਨਾਲ ਆਪਣੇ ਘਰ ਬੈਠੇ ਹੀ ਵੀਡੀਓ ਕਾਉਂਸਲਿੰਗ ਦੇ ਦੌਰਾਨ ਜੁੜ ਸਕਦੇ ਹੋ ਔਰ ਆਪਣੇ ਸਵਾਲਾਂ ਦੇ ਡਿਟੇਲ 'ਚ ਜਵਾਬ ਲੈ ਸਕਦੇ ਹੋ। ਸੋ ਸਾਡੀਆਂ ਵੀਡੀਓਸ ਇਸੇ ਤਰੀਕੇ ਨਾਲ ਤੁਸੀਂ ਕਮੈਂਟਸ ਕਰਦੇ ਰਹੋ, ਆਪਣੇ ਡਾਊਟਸ ਨੂੰ ਉਹਨਾਂ ਦੇ ਵਿੱਚ ਐਕਸਪਲੇਨ ਕਰਦੇ ਰਹੋ, ਸੋ ਦੈਟ ਅਸੀਂ ਆਉਣ ਵਾਲੇ ਲੇਟੈਸਟ ਵੀਡੀਓਜ਼ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਅਪਡੇਟ ਕਰਦੇ ਰਹੀਏ। ਔਰ ਹਾਂ, ਜਿਨ੍ਹਾਂ ਸਟੂਡੈਂਟਸ ਨੇ ਆਇਲਸ ਹਾਲੇ ਤੱਕ ਵੀ ਨਹੀਂ ਕੀਤਾ ਔਰ ਉਹ ਜਨਵਰੀ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ, ਤੇ ਉਹ ਸਾਡੀ ਬ੍ਰੌਡਵੇ A to E ਅਕੈਡਮੀ, ਜਿਸ ਦਾ ਲਿੰਕ ਇਸ ਵੀਡੀਓ ਦੇ ਵਿੱਚ ਵੀ ਅਵੇਲੇਬਲ ਹੈ, ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਸਕਦੇ ਹੋ ਔਰ ਘਰ ਬੈਠੇ ਹੀ ਆਪਣੀ ਆਇਲਸ ਦੀ ਆਨਲਾਈਨ ਕੋਚਿੰਗ ਨੂੰ ਸ਼ੁਰੂ ਕਰ ਸਕਦੇ ਹੋ ਔਰ UK ਜਾ ਕੇ ਆਪਣੇ ਵਿਦੇਸ਼ ਪੜ੍ਹਨ ਦੀ ਪੜ੍ਹਾਈ ਦੇ ਸੁਪਨਿਆਂ ਨੂੰ ਉਡਾਨ ਦੇ ਸਕਦੇ ਹੋ। ਸੋ ਮਿਲਾਂਗੇ ਜੀ ਇੱਕ ਨੈਕਸਟ ਵੀਡੀਓ ਦੇ ਵਿੱਚ ਕੁਝ ਨਵੇਂ ਅਪਡੇਟਸ ਦੇ ਨਾਲ। ਸੋ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਦੇ ਵਿੱਚ ਜੁੜਨ ਤੇ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।